ਨੈਕਸਟ ਬੇਟੇ ਜਿਹੜਾ ਇੱਕ ਆਪਾਂ ਟੌਪਿਕ ਇਸ ਵਪਾਰਕ ਵਾਤਾਵਰਣ ਚੈਪਟਰ ਦਾ ਨਵਾਂ ਐਡ ਹੋਇਆ, ਇਸ ਪਿਛਲੇ ਸਾਲ ਮੇਰੇ ਖਿਆਲ ਨਹੀਂ ਸੀ ਤੇ ਇਸ ਸਾਲ ਨਵਾਂ ਐਡ ਹੋਇਆ 2016 ਦੇ ਵਿੱਚ। ਸਰਕਾਰ ਨੇ ਇੱਕ 8 ਨਵੰਬਰ 2016 ਨੂੰ ਮੋਦੀ ਸਾਹਿਬ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਸੀ, ਜਿਸ ਨੂੰ ਤੁਸੀਂ ਸਾਰੇ ਨੋਟਬੰਦੀ ਦੇ ਨਾਮ ਨਾਲ ਜਾਣਦੇ ਹੋ, ਜਿਹੜਾ ਕਿ ਸ਼ਬਦ ਮੇਰੇ ਵਰਗੇ ਤੇ ਹੋਰ ਕਈਆਂ ਨੇ ਪਹਿਲੀ ਵਾਰ ਸੁਣਿਆ ਸੀ ਤੇ ਉਹਨੂੰ ਇੰਗਲਿਸ਼ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਡੀਮੋਨੇਟਾਈਜੇਸ਼ਨ। ਤਾਂ ਉਹ ਸ਼ਬਦ ਹੀ ਆਪਾਂ ਬਹੁਤ ਸਾਰੇ ਜਣਿਆਂ ਨੇ ਪਹਿਲੀ ਵਾਰ ਸੁਣਿਆ ਸੀ। ਮੈਨੂੰ ਯਾਦ ਹੈ ਰਾਤ ਨੂੰ ਕਿਸੇ ਦੁਕਾਨ ਤੇ ਮੈਂ ਖੜਾ ਸਾਂ ਔਰ ਉੱਥੇ ਟੀਵੀ ਚੱਲ ਰਿਹਾ ਸੀ ਔਰ ਉਸ ਵੇਲੇ ਉਹ ਫੈਸਲਾ ਹੋਇਆ ਤੇ ਇੱਕ ਵਾਰੀ ਬੜਾ ਚੰਬਾ ਲੱਗਿਆ ਵੀ ਇਹ ਹੋ ਕੀ ਗਿਆ ਹੈ। ਜੇ ਰਾਤੋਂ ਰਾਤ ਸਰਕਾਰ ਨੇ ਅਨਾਉਂਸ ਕਰ ਦਿੱਤਾ, ਇੱਕ ਕਾਨੂੰਨ ਬਦਲ ਦਿੱਤਾ ਵੀ ਜਿਹੜੇ 500 ਤੇ 1000 ਦੇ ਨੋਟ ਨੇ ਉਹ ਅੱਜ ਤੋਂ ਪ੍ਰਚਲਨ ਦੇ ਵਿੱਚ ਨਹੀਂ ਰਹਿਣਗੇ, ਯਾਨੀ ਅੱਜ ਤੋਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹਨਾਂ ਨੋਟਾਂ ਦੀ ਕਾਨੂੰਨੀ ਮਾਨਤਾ ਰੱਦ ਕਰ ਦਿੱਤੀ ਹੈ, ਯਾਨੀ ਜਿਹਦੇ ਕੋਲ ਵੀ ਇਹ 500 1000 ਦੇ ਨੋਟ ਨੇ ਉਹ ਕੱਲ ਤੋਂ ਚੱਲਣ ਯੋਗ ਨਹੀਂ ਰਹਿਣਗੇ। ਇਹ ਇੱਕ ਤਰ੍ਹਾਂ ਨਾਲ ਕਾਗਜ਼ ਦੇ ਟੁਕੜੇ ਬਣ ਗਏ ਹਨ, ਜਿਨ੍ਹਾਂ ਦੇ ਕੋਲੇ ਬੱਚਿਆਂ ਨੂੰ ਤੇ ਹੋਰ ਬਹੁਤ ਸਾਰਿਆਂ ਨੂੰ ਜਿਨ੍ਹਾਂ ਨੇ ਇਹ ਚੀਜ਼ ਨਹੀਂ ਸੁਣੀ ਸੀ ਉਹਨਾਂ ਨੂੰ ਬੜਾ ਸੁਣ ਕੇ ਅਚੰਭਾ ਵੀ ਲੱਗਿਆ ਵੀ ਇਹ ਕੀ ਚੀਜ਼ ਹੋ ਗਈ ਹੈ। ਤਾਂ ਇਹ ਚੀਜ਼ ਕੀ ਹੁੰਦੀ ਹੈ, ਕਨਸੈਪਟ ਕੀ ਹੈ ਡੀਮੋਨੇਟਾਈਜੇਸ਼ਨ ਇਹਨੂੰ ਕਹਿੰਦੇ ਹਾਂ ਆਪਾਂ ਇੰਗਲਿਸ਼ ਦੇ ਵਿੱਚ, ਔਰ ਪੰਜਾਬੀ 'ਚ ਇਹਨੂੰ ਕਹਿੰਦੇ ਹਾਂ ਵਿਮੁਦਰੀਕਰਨ, ਨੋਟਬੰਦੀ। ਤਾਂ ਇਹ ਕੀ ਚੀਜ਼ ਹੁੰਦੀ ਹੈ? ਵਰਤਮਾਨ ਦੇ ਪ੍ਰਚਲਨ ਵਿੱਚ ਮੌਜੂਦ ਕਿਸੇ ਵੀ ਕਰੰਸੀ ਦੀ ਕਾਨੂੰਨੀ ਮਾਨਤਾ ਨੂੰ ਵਾਪਸ ਲੈਣ ਨੂੰ ਆਪਾਂ ਵਿਮੁਦਰੀਕਰਨ ਕਹਿੰਦੇ ਹਾਂ। ਇਸ ਦੇ ਅੰਤਰਗਤ ਸਾਰੇ ਜਾਂ ਕੁਝ ਕਰੰਸੀ ਨੋਟ ਆਰਥਿਕ ਪ੍ਰਣਾਲੀ ਵਿੱਚੋਂ ਵਾਪਸ ਲੈ ਲਏ ਜਾਂਦੇ ਹਨ। ਅਜਿਹਾ ਹੋਣ ਨਾਲ ਉਹਨਾਂ ਕਰੰਸੀ ਨੋਟਾਂ ਦੇ ਵਟਾਂਦਰੇ ਦੇ ਮਾਧਿਅਮ ਵਜੋਂ ਕਾਨੂੰਨੀ ਮਾਨਤਾ ਰੱਦ ਹੋ ਜਾਂਦੀ ਹੈ, ਯਾਨੀ ਉਹਨਾਂ ਪੈਸਿਆਂ ਦੇ ਨਾਲ ਤੁਸੀਂ ਨਾ ਤਾਂ ਚੀਜ਼ ਖਰੀਦ ਸਕਦੇ ਹੋ ਔਰ ਨਾ ਹੀ ਉਹ ਪੈਸੇ ਤੁਹਾਡੇ ਲਈ ਕਿਸੇ ਕੰਮ ਦੇ ਰਹਿੰਦੇ ਹਨ। ਯਾਨੀ ਅਜਿਹੇ ਕਰੰਸੀ ਨੋਟ ਜਿਨ੍ਹਾਂ ਦੀ ਮਹੱਤਤਾ ਇੱਕ ਕਾਗਜ਼ ਦੇ ਟੁਕੜੇ ਦੇ ਬਰਾਬਰ ਰਹਿ ਜਾਂਦੀ ਹੈ। ਵਿਮੁਦਰੀਕਰਨ ਜਾਂ ਨੋਟਬੰਦੀ ਕਈ ਮਹੱਤਵਪੂਰਨ ਉਦੇਸ਼ਾਂ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ। ਇਸ ਦਾ ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਅਤੇ ਰਾਜਨੀਤਿਕ ਪ੍ਰਣਾਲੀ ਤੇ ਬਹੁਤ ਵੱਡਾ ਅਤੇ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ। ਇਹ ਕਿੰਨਾ ਉਦੇਸ਼ਾਂ ਨੂੰ ਲੈ ਕੇ ਕੀਤੀ ਜਾਂਦੀ ਹੈ, ਇਸ ਦੀਆਂ ਕੀ ਵਿਸ਼ੇਸ਼ਤਾਵਾਂ ਹਨ, ਭਾਰਤ ਦੇ ਵਿੱਚ ਕਦੋਂ ਕਦੋਂ ਕੀਤੀ ਗਈ, ਇਹਦੇ ਬਾਰੇ ਆਪਾਂ ਪੜਾਂਗੇ। ਇਹਦੇ ਕੀ ਪ੍ਰਭਾਵ ਪਏ ਇਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਬਹੁਤ ਸਾਰੇ ਬੱਚਿਆਂ ਦੇ ਦਿਮਾਗ 'ਚ ਪ੍ਰਸ਼ਨ ਉੱਠਦਾ ਹੈ ਵੀ ਇਹ ਕਿਉਂ ਕੀਤੀ ਗਈ, ਇਹ ਉਦੇਸ਼ ਕਿੰਨਾ ਉਦੇਸ਼ਾਂ ਨੂੰ ਲੈ ਕੇ ਕੀਤੀ ਗਈ, ਸਰਕਾਰ ਕੀ ਚਾਹੁੰਦੀ ਸੀ। ਬੇਟੇ ਜਦੋਂ ਦੇਸ਼ ਦੇ ਵਿੱਚ ਕਾਲਾ ਧਨ ਵੱਧ ਜਾਂਦਾ ਹੈ, ਕਈ ਬੱਚਿਆਂ ਨੂੰ ਇਹ ਨਹੀਂ ਪਤਾ ਹੋਣਾ ਕਾਲਾ ਧਨ ਕੀ ਹੁੰਦਾ ਹੈ, ਤਾਂ ਜਿਹੜੇ ਵੀ ਆਪਾਂ ਬੇਟੇ ਪੈਸੇ ਕਮਾਉਂਦੇ ਹਾਂ ਉਸ ਪੈਸੇ ਤੇ ਕਮਾਈ ਤੇ ਜਦੋਂ ਆਪਾਂ ਸਰਕਾਰ ਨੂੰ ਕੋਈ ਟੈਕਸ ਨਹੀਂ ਦਿੰਦੇ ਤਾਂ ਉਹ ਜਿਹੜਾ ਧਨ ਹੁੰਦਾ ਹੈ ਉਹ ਇੱਕ ਕਾਲੇ ਧਨ ਦਾ ਰੂਪ ਲੈ ਲੈਂਦਾ ਹੈ। ਤਾਂ ਉਹ ਵਾਈਟ ਮਨੀ ਨਹੀਂ ਹੁੰਦੀ, ਯਾਨੀ ਤੁਹਾਡਾ ਮਿਹਨਤ ਦਾ ਕਮਾਇਆ ਹੋਇਆ ਪੈਸਾ ਨਹੀਂ ਹੁੰਦਾ, ਉਹ ਐਸਾ ਪੈਸਾ ਹੁੰਦਾ ਹੈ ਜਿਹੜਾ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਹੀਂ ਹੁੰਦਾ, ਉਸ ਨੂੰ ਆਪਾਂ ਕਹਿੰਦੇ ਹਾਂ ਕਾਲਾ ਧਨ। ਤਾਂ ਲੋਕ ਉਸ ਪੈਸੇ ਨੂੰ ਘਰਾਂ ਦੇ ਵਿੱਚ ਜੋੜਦੇ ਰਹਿੰਦੇ ਹਨ ਔਰ ਉਸ ਪੈਸੇ ਦੇ ਖਾਤਮੇ ਦੇ ਉਦੇਸ਼ ਲਈ, ਤਾਂ ਕਿ ਉਹ ਕਾਲਾ ਧਨ ਬਾਹਰ ਆ ਜਾਵੇ, ਉਸ ਦੇ ਖਾਤਮੇ ਲਈ ਇਸ ਤਰ੍ਹਾਂ ਦੀਆਂ ਪਾਲਿਸੀਆਂ ਜਾਂ ਇਸ ਤਰ੍ਹਾਂ ਦੇ ਕਾਨੂੰਨ ਸਰਕਾਰ ਵੱਲੋਂ ਲਿਆਂਦੇ ਜਾਂਦੇ ਹਨ। ਵਿਮੁਦਰੀਕਰਨ ਦਾ ਮੁੱਖ ਉਦੇਸ਼ ਹੈ ਕਾਲੇ ਧਨ ਨੂੰ ਬਾਹਰ ਲਿਆਉਣਾ, ਜਾਲੀ ਕਰੰਸੀ ਦੇ ਪ੍ਰਚਲਨ ਨੂੰ ਰੋਕਣਾ, ਭ੍ਰਿਸ਼ਟਾਚਾਰ ਨੂੰ ਰੋਕਣਾ, ਕਰਾਂ ਦੇ ਦਾਨ ਵਿੱਚ ਯਾਨੀ ਟੈਕਸ ਦੇ ਵਿੱਚ ਵਾਧਾ ਕਰਨਾ ਤਾਂ ਕਿ ਬਹੁਤ ਸਾਰਾ ਪੈਸਾ ਬੈਂਕਾਂ ਦੇ ਵਿੱਚ ਆਵੇ। ਲੋਕ ਬੈਂਕਾਂ ਦੇ ਵਿੱਚ ਪੈਸਾ ਨਹੀਂ ਜਮ੍ਹਾਂ ਕਰਾਉਂਦੇ ਕਾਲਾ ਧਨ, ਤਾਂ ਉਹ ਪੈਸਾ ਬੈਂਕਾਂ ਦੇ ਵਿੱਚ ਆਵੇ। ਜਿੰਨਾ ਪੈਸਾ ਬੈਂਕਾਂ ਦੇ ਵਿੱਚ ਆਉਂਦਾ ਹੈ ਉਹ ਵਾਈਟ ਮਨੀ ਹੁੰਦੀ ਹੈ, ਉਹਦੇ ਨਾਲ ਸਰਕਾਰ ਨੂੰ ਟੈਕਸ ਮਿਲਦਾ ਹੈ। ਸਰਕਾਰ ਜਿਹੜਾ ਉਹੀ ਟੈਕਸਾਂ ਦੇ ਰੂਪ ਵਿੱਚ ਇਕੱਠਾ ਕੀਤਾ ਹੋਇਆ ਪੈਸਾ ਆਪਣੇ ਤੇ ਖਰਚਦੀ ਹੈ। ਜਦੋਂ ਕਾਲਾ ਧਨ ਜ਼ਿਆਦਾ ਜਮ੍ਹਾਂ ਹੋ ਜਾਂਦਾ ਹੈ ਦੇਸ਼ ਦੇ ਵਿੱਚ ਤਾਂ ਸਰਕਾਰ ਨੂੰ ਟੈਕਸ ਬਹੁਤ ਘੱਟ ਮਿਲਦੇ ਹਨ ਔਰ ਸਰਕਾਰ ਦੇ ਵਸੀਲੇ ਘੱਟ ਜਾਂਦੇ ਹਨ, ਤਾਂ ਸਰਕਾਰ ਆਪਣੀ ਜਿਹੜੀਆਂ ਯੋਜਨਾਵਾਂ ਨੇ ਉਹਨਾਂ ਨੂੰ ਚਲਾਉਣ ਦੇ ਵਿੱਚ ਸਮਰਥ ਨਹੀਂ ਹੋ ਪਾਉਂਦੀ। ਤਾਂ ਸਰਕਾਰ ਇਸ ਤਰ੍ਹਾਂ ਦੇ ਵੱਡੇ ਫੈਸਲੇ ਸਰਕਾਰ ਨੂੰ ਲੈਣੇ ਪੈਂਦੇ ਹਨ। ਹਜੇ ਕਿ ਉਹਦੇ ਅਰਥ ਵਿਵਸਥਾ ਨੂੰ ਕਈ ਫਾਇਦੇ ਵੀ ਹੁੰਦੇ ਹਨ, ਕਈ ਨੁਕਸਾਨ ਵੀ ਹੋ ਜਾਂਦੇ ਹਨ। ਤਾਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਉੱਪਰ ਜਿਹੜੀਆਂ ਕਿ ਰਾਸ਼ਟਰ ਵਿਰੋਧੀ ਹਨ ਉਹਨਾਂ ਦੇ ਨੈਟਵਰਕ ਨੂੰ ਰੋਕਣਾ ਜਾਂ ਤੋੜਨਾ ਵੀ ਇੱਕ ਸਰਕਾਰ ਦਾ ਉਦੇਸ਼ ਹੁੰਦਾ ਹੈ। ਯਾਨੀ ਅੱਤਵਾਦੀ
ਜਾਂ ਜਿਹੜੇ ਦੇਸ਼ ਦੀ ਆ ਸੁਰੱਖਿਆ ਨੂੰ ਵਧਾਉਣ ਦੇ ਵਿੱਚ ਲੋਕ ਲੱਗੇ ਹੋਏ ਨੇ, ਉਹਨਾਂ ਦੇ ਨੈਟਵਰਕ ਨੂੰ ਤੋੜਨਾ ਵੀ ਸਰਕਾਰ ਦਾ ਇੱਕ ਉਦੇਸ਼ ਸੀ। ਮਹਿੰਗਾਈ ਨੂੰ ਘਟਾਉਣਾ ਵੀ ਇੱਕ ਉਦੇਸ਼ ਸੀ। ਸਰਕਾਰ ਨੂੰ ਵਾਧੂ ਬਚਤਾਂ ਅਤੇ ਬੈਂਕਿੰਗ ਪ੍ਰਣਾਲੀ ਦੇ ਵਿੱਚ ਪੈਸਾ ਲਿਆਉਣਾ ਵੀ ਸਰਕਾਰ ਦਾ ਇੱਕ ਉਦੇਸ਼ ਸੀ। ਤਾਂ ਘੱਟ ਨਗਦੀ ਦੇ ਪ੍ਰਯੋਗ ਵਾਲੀ ਇੱਕ ਅਰਥ ਵਿਵਸਥਾ ਵੀ ਬਣਾਉਣਾ, ਯਾਨੀ ਜ਼ਿਆਦਾ ਤੋਂ ਜ਼ਿਆਦਾ ਪੇਮੈਂਟਸ ਜਿਹੜੀਆਂ ਨੇ ਆਨਲਾਈਨ ਹੋਣ ਔਰ ਪੈਸਾ ਜਿਹੜਾ ਮਾਰਕੀਟ ਦੇ ਵਿੱਚ ਨਗਦੀ ਦਾ ਪ੍ਰਵਾਹ ਘਟੇ ਔਰ ਆਨਲਾਈਨ ਪੇਮੈਂਟਸ ਜ਼ਿਆਦਾ ਹੋਣ, ਕਿਉਂਕਿ ਜਿੰਨੀਆਂ ਵੀ ਪੇਮੈਂਟਸ ਬੇਟੇ ਆਨਲਾਈਨ ਹੁੰਦੀਆਂ ਨੇ ਉਹ ਬੈਂਕਾਂ ਦੇ ਰਾਹੀਂ ਹੁੰਦੀਆਂ ਨੇ ਔਰ ਉਸ ਦੇ ਨਾਲ ਸਰਕਾਰ ਨੂੰ ਰੈਵਨਿਊ ਮਿਲਦਾ ਹੈ, ਸਰਕਾਰ ਨੂੰ ਟੈਕਸ ਮਿਲਦਾ ਹੈ। ਤਾਂ ਇਹ ਸਾਰੇ ਉਦੇਸ਼ ਸੀਗੇ ਜਿਨ੍ਹਾਂ ਦੇ ਕਰਕੇ ਇਹ ਡੀਮੋਨੇਟਾਈਜੇਸ਼ਨ ਕੀਤੀ ਗਈ। ਇਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ, ਇਹਦੇ ਬਾਰੇ ਆਪਾਂ ਹੁਣ ਪੜਾਂਗੇ। ਡੀਮੋਨੇਟਾਈਜੇਸ਼ਨ ਦੇ ਫੀਚਰਸ ਕੀ ਨੇ, ਇਹਦੀਆਂ ਕਰੈਕਟਰਿਸਟਿਕਸ ਕੀ ਨੇ, ਵਿਸ਼ੇਸ਼ਤਾਵਾਂ ਕੀ ਨੇ। ਡੀਮੋਨੇਟਾਈਜੇਸ਼ਨ ਇਹ ਟੈਕਸ ਐਡਮਿਨਿਸਟ੍ਰੇਸ਼ਨ ਮੇਜਰ ਹੈ, ਜਿਹੜਾ ਕਿ ਵਿਮੁਦਰੀਕਰਨ ਇੱਕ ਟੈਕਸ ਦੇ ਉਗਰਾਣ ਦਾ ਇੱਕ ਉਪਾਅ ਹੈ। ਯਾਨੀ ਇਸ ਦੇ ਨਾਲ ਸਰਕਾਰ ਦੇ ਟੈਕਸਾਂ, ਜਿਹੜੇ ਸਰਕਾਰ ਟੈਕਸ ਲੈਂਦੀ ਹੈ ਉਹਦੇ ਵਿੱਚ ਵਾਧਾ ਹੁੰਦਾ ਹੈ, ਸਰਕਾਰ ਦੀ ਆਮਦਨ ਦੇ ਵਿੱਚ ਵਾਧਾ ਹੁੰਦਾ ਹੈ। ਲੋਕਾਂ ਨੂੰ ਜਿਹੜਾ ਹੈ ਇਹਦੇ ਨਾਲ ਧਨ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਹੈ, ਜਿਹੜਾ ਕਿ ਉਹਨਾਂ ਦੇ ਕੋਲੇ ਅਣਉਚਿਤ ਸਾਧਨਾਂ ਦੇ ਨਾਲ ਧਨ ਇਕੱਠਾ ਕੀਤਾ ਗਿਆ ਹੁੰਦਾ ਹੈ, ਉਸ ਨੂੰ ਵੀ ਬੈਂਕਾਂ ਵਿੱਚ ਜਮ੍ਹਾਂ ਕਰਾਉਣਾ ਪੈਂਦਾ ਹੈ, ਭਾਵੇਂ ਕਿ ਉਸ ਨੂੰ ਇਹਨਾਂ 'ਤੇ ਜੇ ਉਹਨੂੰ ਵਾਈਟ ਮਨੀ ਬਣਾਉਣਾ ਚਾਹੁੰਦੇ ਨੇ ਤਾਂ ਉਸ 'ਤੇ ਟੈਕਸ ਦੇ ਕੇ ਉਸ ਨੂੰ ਵਾਈਟ ਮਨੀ ਬਣਾ ਸਕਦੇ ਹਨ। ਤਾਂ ਇਸ ਦੇ ਨਾਲ ਕੁੱਲ ਮਿਲਾ ਕੇ ਸਰਕਾਰ ਨੂੰ ਟੈਕਸ ਦੀ ਆਮਦਨੀ ਦੇ ਵਿੱਚ ਵਾਧਾ ਹੁੰਦਾ ਹੈ। ਤਾਂ ਟੈਕਸ ਚੋਰੀ ਰੋਕਣ ਦਾ ਵੀ ਇੱਕ ਟੂਲ ਹੈ। ਜਿੰਨਾ ਪੈਸਾ ਬੈਂਕਾਂ ਦੇ ਵਿੱਚ ਆਏਗਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਇਸ ਚੀਜ਼ ਤੋਂ ਡਰਦੇ ਵੀ ਨੇ, ਕਿਉਂਕਿ ਪੈਸਾ ਘਰਾਂ ਦੇ ਵਿੱਚ ਨਹੀਂ ਰੱਖਣਗੇ, ਕਿਉਂਕਿ ਪੈਸਾ ਘਰਾਂ ਦੇ ਵਿੱਚ ਜੇ ਰੱਖਣਗੇ ਤਾਂ ਹੋ ਸਕਦਾ ਸਰਕਾਰ ਨੋਟ ਬੰਦ ਕਰ ਦੇਵੇ। ਤਾਂ ਇਹਦੇ ਨਾਲ ਕੀ ਹੁੰਦਾ, ਲੋਕਾਂ ਦੇ ਮਨ 'ਚ ਇੱਕ ਡਰ ਬੈਠ ਜਾਂਦਾ ਹੈ ਔਰ ਚੋਰੀ ਕਰਨ ਵਾਲੇ ਕੋਸ਼ਿਸ਼ ਕਰਦੇ ਹਨ ਕਿ ਵੱਧ ਤੋਂ ਵੱਧ ਵਾਈਟ ਮਨੀ ਹੀ ਬਣਾਈ ਜਾਵੇ, ਬਲੈਕ ਮਨੀ ਨਾ ਬਣਾਈ ਜਾਵੇ, ਤਾਂ ਕਿ ਟੈਕਸ ਜਿਹੜਾ ਹੈ ਸਰਕਾਰ ਨੂੰ ਇਹਦੇ ਤੋਂ ਵੱਧ ਪ੍ਰਾਪਤ ਹੋਵੇ। ਬੈਂਕਿੰਗ ਪ੍ਰਣਾਲੀ ਇਸ ਦੇ ਨਾਲ ਮਜ਼ਬੂਤ ਹੁੰਦੀ ਹੈ। ਡੀਮੋਨੇਟਾਈਜੇਸ਼ਨ ਦੇ ਨਾਲ ਇਨਫਲੇਸ਼ਨ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਮੁਦਰਾ ਸਫੀਤੀ ਦੀ ਦਰ, ਉਹਦੇ ਵਿੱਚ ਜਿਹੜਾ ਹੈ ਮਹਿੰਗਾਈ ਘਟਦੀ ਹੈ। ਮੁਦਰਾ ਸਫੀਤੀ ਨਿਯੰਤਰਣ ਦਾ, ਇਨਫਲੇਸ਼ਨ ਨੂੰ, ਮਹਿੰਗਾਈ ਨੂੰ ਰੋਕਣ ਦਾ ਇੱਕ ਬੜਾ ਵਧੀਆ ਇਹ ਉਪਾਅ ਹੈ, ਕਿਉਂਕਿ ਇਸ ਦੇ ਨਾਲ ਜਾਲੀ ਕਰੰਸੀ ਬਿਲਕੁਲ ਮਾਰਕੀਟ ਦੇ ਵਿੱਚੋਂ ਖਤਮ ਹੋ ਜਾਂਦੀ ਹੈ। ਜਿੰਨੀ ਜ਼ਿਆਦਾ ਕਿਸੇ ਦੇਸ਼ ਦੇ ਵਿੱਚ ਜਾਲੀ ਕਰੰਸੀ ਹੁੰਦੀ ਹੈ ਓਨੀ ਹੀ ਜ਼ਿਆਦਾ ਉਸ ਦੇਸ਼ ਦੇ ਵਿੱਚ ਮਹਿੰਗਾਈ ਵੱਧ ਜਾਂਦੀ ਹੈ। ਤਾਂ ਵਿਮੁਦਰੀਕਰਨ ਗੈਰ ਕਾਨੂੰਨੀ ਗਤੀਵਿਧੀਆਂ, ਸਮਗਲਿੰਗ, ਅੱਤਵਾਦ ਅਤੇ ਨਕਸਲਵਾਦ ਨੂੰ ਰੋਕਣ ਦਾ ਵੀ ਇੱਕ ਬਹੁਤ ਵੱਡਾ ਹਥਿਆਰ ਹੈ। ਇਸ ਦੇ ਵਿੱਚ ਵੀ ਇਹ ਬਹੁਤ ਵੱਡਾ ਰੋਲ ਨਿਭਾਉਂਦਾ ਹੈ। ਵਿਮੁਦਰੀਕਰਨ ਜਾਂ ਨੋਟਬੰਦੀ ਘੱਟ ਨਗਦੀ ਪ੍ਰਯੋਗ ਵਾਲੀ ਅਰਥ ਵਿਵਸਥਾ ਨੂੰ ਬਣਾਉਣ ਦੇ ਵਿੱਚ, ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਕਿ ਲੋਕ ਵੱਧ ਤੋਂ ਵੱਧ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਚੈੱਕਾਂ ਰਾਹੀਂ, ਡਰਾਫਟ ਰਾਹੀਂ ਭੁਗਤਾਨ ਕਰਨ, ਨਗਦੀ ਘੱਟ ਤੋਂ ਘੱਟ ਯੂਜ਼ ਕਰਨ। ਜਿੰਨੀ ਨਗਦੀ ਘੱਟ ਤੋਂ ਘੱਟ ਯੂਜ਼ ਕਰਨਗੇ ਉਨਾ ਹੀ ਜ਼ਿਆਦਾ ਮਾਰਕੀਟ ਦੇ ਵਿੱਚ ਜਿਹੜਾ ਹੈ ਨਗਦੀ ਦਾ ਪ੍ਰਵਾਹ ਘਟ ਜਾਂਦਾ ਹੈ ਔਰ ਬੈਂਕਾਂ ਦੇ ਵਿੱਚ ਪੈਸੇ ਦਾ ਪ੍ਰਵਾਹ ਵੱਧ ਜਾਂਦਾ ਹੈ, ਜਿਹਦੇ ਤੋਂ ਸਰਕਾਰ ਨੂੰ ਟੈਕਸ ਦੀ ਆਮਦਨ ਵੀ ਵੱਧਦੀ ਹੈ ਔਰ ਸਰਕਾਰ ਨੂੰ ਇਸ ਦਾ, ਦੇਸ਼ ਨੂੰ ਇਸ ਦਾ ਫਾਇਦਾ ਹੁੰਦਾ ਹੈ। ਦੇਸ਼ ਦੀ ਅਰਥ ਵਿਵਸਥਾ ਡਿਜੀਟਲ ਬਣਦੀ ਹੈ। ਹੁਣ ਭਾਰਤ ਦੇ ਵਿੱਚ 1946, 1978 ਤੇ ਹੁਣ 2016 ਦੇ ਵਿੱਚ ਡੀਮੋਨੇਟਾਈਜੇਸ਼ਨ ਕੀਤੀ ਗਈ। ਹੁਣ ਦੇਸ਼ ਦੇ ਵਿੱਚ 8 ਨਵੰਬਰ 2016 ਨੂੰ ਸਰਕਾਰ ਨੇ ਘੋਸ਼ਣਾ ਕਰ ਦਿੱਤੀ ਕਿ 500 ਤੇ 1000 ਦੇ ਸਾਰੇ ਨੋਟ ਜੋ ਕਿ ਇਸ ਸਮੇਂ ਪ੍ਰਚਲਿਤ ਹਨ ਉਹਨਾਂ ਦੀ ਕਾਨੂੰਨੀ ਮਾਨਤਾ ਰੱਦ ਕਰ ਦਿੱਤੀ। ਔਰ ਇਸ ਦੇ ਦੇਸ਼ ਨੂੰ ਦੇ ਉੱਪਰ ਕੀ ਪ੍ਰਭਾਵ ਪਏ ਇਹਦੇ ਬਾਰੇ ਆਪਾਂ ਪੜਾਂਗੇ, ਕਿਉਂਕਿ ਇਹਦੇ ਪ੍ਰਭਾਵ ਜਿਹੜੇ ਬੇਟੇ ਅਰਥ ਵਿਵਸਥਾ ਦੇ ਉੱਪਰ ਪ੍ਰਭਾਵ ਹੁੰਦੇ ਨੇ ਇਹਨਾਂ ਨੂੰ ਥੋੜਾ ਟਾਈਮ ਲੱਗਦਾ ਹੈ, ਲੰਮਾ ਸਮਾਂ ਬੀਤਣ ਤੋਂ ਬਾਅਦ ਇਹਦੇ ਪ੍ਰਭਾਵ ਨਜ਼ਰ ਆਉਂਦੇ ਹਨ। ਤਾਂ ਕੀ ਪ੍ਰਭਾਵ ਪਏ? ਸਭ ਤੋਂ ਪਹਿਲਾਂ ਬੈਂਕਿੰਗ ਪ੍ਰਣਾਲੀ ਯਾਨੀ ਬੈਂਕਾਂ ਦੇ ਵਿੱਚ ਪੈਸੇ ਦਾ ਵਾਧਾ ਹੋਇਆ। ਬੈਂਕਾਂ ਦੇ ਵਿੱਚ ਲੋਕਾਂ ਦੁਆਰਾ ਬਹੁਤ ਸਾਰੇ ਪੈਸੇ ਜਮ੍ਹਾਂ ਕਰਵਾਏ ਗਏ, ਉਸ ਦਾ ਬੈਂਕਾਂ ਨੂੰ ਫਾਇਦਾ ਹੋਇਆ। ਜਿਹੜੇ ਕਿ ਬੈਂਕਿੰਗ ਸਿਸਟਮ ਫੇਲ ਹੋਣ ਦੇ ਕਿਨਾਰੇ ਆ ਖੜਾ ਸੀ, ਉਹ ਬੈਂਕਿੰਗ ਸਿਸਟਮ ਦਰੁਸਤ ਹੋਇਆ। ਜਾਲੀ ਕਰੰਸੀ 'ਤੇ ਰੋਕ ਲੱਗੀ, ਗੈਰ ਕਾਨੂੰਨੀ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ 'ਤੇ ਰੋਕ ਲੱਗੀ, ਨਿੱਜੀ ਅਤੇ ਸਰਵਜਨਕ
ਧਨ ਉੱਪਰ ਇਸ ਦਾ ਪ੍ਰਭਾਵ ਪਿਆ। ਲੋਕਾਂ ਨੇ ਬਹੁਤ ਸਾਰਾ ਪੈਸਾ ਜਿਹੜਾ ਕਿ ਲੋਕਾਂ ਦੇ ਕੋਲੇ ਕਾਲਾ ਧਨ ਸੀ ਉਸ ਨੂੰ ਅਜੇ ਵੀ ਲੁਕੋ ਲਿਆ ਹੈ। ਉਹ ਅਜੇ ਵੀ ਪੂਰਾ ਜਨਤਕ ਨਹੀਂ ਕੀਤਾ, ਕਿਉਂਕਿ ਕੁਝ ਲੋਕਾਂ ਨੇ ਸਜ਼ਾ ਤੋਂ ਡਰਦਿਆਂ ਉਹ ਪੈਸਾ ਉਹਨਾਂ ਦਾ ਵੇਸਟ ਹੋ ਗਿਆ, ਪਰ ਉਹ ਲੋਕ ਜਮ੍ਹਾਂ ਨਹੀਂ ਕਰਵਾ ਸਕੇ, ਕਿਉਂਕਿ ਉਹਨਾਂ ਨੂੰ ਡਰ ਸੀ ਵੀ ਕਿਤੇ ਸਰਕਾਰ ਉਹਨਾਂ ਤੋਂ ਇਸ ਦੀ ਕਮਾਈ ਦਾ ਜ਼ਰੀਆ ਨਾ ਪੁੱਛ ਲਵੇ, ਕਿਉਂਕਿ ਸਰਕਾਰ ਕਿਸੇ ਵੀ ਵਿਅਕਤੀ ਤੋਂ ਪੈਸਿਆਂ ਜਿਹੜੇ ਵੀ ਉਹ ਪੈਸੇ ਕਮਾਉਂਦਾ ਹੈ ਉਹਨਾਂ ਦੇ ਬਾਰੇ ਉਹ ਪੁੱਛ ਸਕਦੀ ਹੈ ਵੀ ਉਹਨਾਂ ਨੇ ਕਿੱਥੋਂ ਉਹ ਕਮਾਇਆ ਹੈ। ਤਾਂ ਤੁਹਾਡੇ ਕੋਲ ਇਹ ਰਿਕਾਰਡ ਹਮੇਸ਼ਾ ਹੋਣਾ ਚਾਹੀਦਾ ਹੈ ਵੀ ਜੋ ਪੈਸੇ ਤੁਸੀਂ ਕਮਾ ਰਹੇ ਹੋ ਉਹ ਤੁਸੀਂ ਕਿੱਥੋਂ ਕਮਾਏ ਹਨ। ਤਾਂ ਇਹ ਸਰਕਾਰ ਦਾ ਇੱਕ ਰਾਈਟ ਬਣਦਾ ਹੈ, ਉਹ ਤੁਹਾਨੂੰ ਕਦੇ ਵੀ ਪੁੱਛ ਸਕਦੀ ਹੈ। ਤਾਂ ਵਾਈਟ ਮਨੀ ਹੋਵੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ, ਔਰ ਜੇ ਬਲੈਕ ਮਨੀ ਹੋਵੇ ਤਾਂ ਸਰਕਾਰ ਉਹਦੇ ਸੰਬੰਧੀ ਤੁਹਾਡੇ ਤੇ ਕੋਈ ਵੀ ਕਾਰਵਾਈ ਕਰ ਸਕਦੀ ਹੈ। ਤਾਂ ਇਸ ਦੇ ਪ੍ਰਭਾਵ ਪਏ। ਡਿਜੀਟਲ ਅਰਥ ਵਿਵਸਥਾ ਨੂੰ ਬਣਾਉਣ ਦੇ ਵਿੱਚ ਬੜਾ ਫਾਇਦਾ ਇਸ ਨੂੰ ਮਿਲਿਆ। ਹੁਣ ਤੁਸੀਂ ਵੇਖੋ ਲੋਕ ਬਹੁਤ ਸਾਰਾ ਨਗਦੀ ਦਾ ਲੈਣ ਦੇਣ ਪੇਟੀਐਮ, ਆਨਲਾਈਨ ਬੈਂਕਿੰਗ, ਨੈੱਟ ਬੈਂਕਿੰਗ ਔਰ ਮੋਬਾਈਲ ਬੈਂਕਿੰਗ ਦੇ ਰਾਹੀਂ, UPI ਦੇ ਰਾਹੀਂ ਬਹੁਤ ਸਾਰੀਆਂ ਡਿਜੀਟਲ ਜਿਹੜੇ ਲੈਣ ਦੇਣ ਦੀਆਂ ਪ੍ਰਣਾਲੀਆਂ ਨੇ ਉਹਨਾਂ ਨੂੰ ਵਰਤਣ ਲੱਗ ਪਏ ਹਨ। ਆਰਥਿਕ ਗਤੀਵਿਧੀਆਂ ਦੇ ਉੱਪਰ ਮਾੜਾ ਪ੍ਰਭਾਵ ਪਿਆ ਹੈ। ਇਸ ਦਾ ਕੀ ਪੁਆਇੰਟ ਹੈ? ਕੁਝ ਇਹਦੇ ਨੈਗੇਟਿਵ ਇਫੈਕਟ ਵੀ ਹਨ। ਬਹੁਤ ਸਾਰੇ ਮਾਹਰ ਇਹ ਮੰਨਦੇ ਹਨ ਕਿ ਨੋਟਬੰਦੀ ਦਾ ਦੇਸ਼ ਦੇ ਵਿੱਚ ਆਰਥਿਕ ਗਤੀਵਿਧੀਆਂ 'ਤੇ ਮਾੜਾ ਪ੍ਰਭਾਵ ਵੀ ਪਿਆ ਹੈ, ਕਿਉਂਕਿ ਜਿਹੜੇ ਛੋਟੇ ਉਦਯੋਗ ਸੀ ਜਾਂ ਛੋਟੇ ਵਪਾਰੀ ਸੀ ਉਹ ਜ਼ਿਆਦਾ ਲੈਣ ਦੇਣ ਨਗਦ ਕਰਦੇ ਸਨ, ਤਾਂ ਉਹਨਾਂ ਨੂੰ ਨਗਦ ਲੈਣ ਦੇਣ ਦੇ ਵਿੱਚ ਪਰੇਸ਼ਾਨੀਆਂ ਵੀ ਆਈਆਂ ਹਨ। ਤਾਂ ਚੰਗੇ ਮਾੜੇ ਪ੍ਰਭਾਵ ਦੋਵੇਂ ਤਰ੍ਹਾਂ ਦੇ ਹਨ। ਕਰ ਪ੍ਰਸ਼ਾਸਨ ਤੇ ਟੈਕਸ, ਤਾਂ ਦੇਸ਼ ਦੇ ਵਿੱਚ ਸਰਕਾਰ ਦੀ ਆਮਦਨ ਵਧੀ ਹੈ, ਤਾਂ ਟੈਕਸ ਦੇ ਵਿੱਚ ਤਾਂ ਵਾਧਾ ਹੋਇਆ ਹੈ, ਔਰ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਕੋਸ਼ਿਸ਼ ਕਰ ਰਹੇ ਨੇ, ਵਪਾਰਕ ਅਦਾਰੇ ਕੋਸ਼ਿਸ਼ ਕਰ ਰਹੇ ਨੇ ਕਿ ਭਵਿੱਖ ਦੇ ਵਿੱਚ ਵੀ ਟੈਕਸ ਚੋਰੀ ਘੱਟ ਤੋਂ ਘੱਟ ਕੀਤੀ ਜਾਵੇ। ਪਰ ਸਭ ਤੋਂ ਵੱਡਾ ਜਿਹੜਾ ਨੁਕਸਾਨ ਇਸ ਦਾ ਹੋਇਆ ਹੈ, ਆਮ ਵਰਗ, ਆਮ ਵਿਅਕਤੀ, ਕਮਜ਼ੋਰ ਵਿਅਕਤੀ ਜਿਹੜੇ ਕਿ ਗਰੀਬ ਵਿਅਕਤੀ ਸਨ, ਉਹਨਾਂ ਨੂੰ ਬਹੁਤ ਜ਼ਿਆਦਾ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਆਪਾਂ ਜਾਣਦੇ ਹਾਂ ਕਿ ਬਹੁਤ ਸਾਰੇ ਵਿਅਕਤੀਆਂ ਦੀ ਮੌਤ ਵੀ ਹੋ ਗਈ। ਇਹ ਹੋ ਸਕਦਾ ਹੈ ਜਾਂ ਹੈ, ਪਰ ਇਹ ਚੀਜ਼ ਤਾਂ ਬਹੁਤ ਵਧੀਆ ਸੀ, ਪਰ ਕਿਤੇ ਨਾ ਕਿਤੇ ਇਸ ਨੂੰ ਲਾਗੂ ਕਰਨ ਦੇ ਵਕਤ ਕੁਝ ਗਲਤੀਆਂ ਹੋਈਆਂ ਹਨ, ਜਿਹਦੇ ਕਰਕੇ ਕੁਝ ਇਹਦੇ ਨੈਗੇਟਿਵ ਇਫੈਕਟਸ ਵੀ ਹੋਏ ਹਨ। ਤਾਂ ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਨਵੰਬਰ 2016 ਦੇ ਵਿੱਚ ਭਾਰਤ ਵਿੱਚ ਕੀਤੇ ਗਏ ਵਿਮੁਦਰੀਕਰਨ ਦੇ ਭਾਰਤੀ ਅਰਥ ਵਿਵਸਥਾ ਉੱਪਰ ਕਈ ਬਹੁਪੱਖੀ ਪ੍ਰਭਾਵ ਪਏ ਹਨ। ਮਾਹਿਰ ਦੇਸ਼ ਦੇ ਨੋਟਬੰਦੀ ਦੇ ਪ੍ਰਭਾਵਾਂ ਬਾਰੇ ਇੱਕਮਤ ਨਹੀਂ ਹਨ, ਪਰ ਨਿਰਸੰਦੇਹ ਇਹ ਕਿਹਾ ਜਾ ਸਕਦਾ ਹੈ ਕਿ ਭਾਰਤੀ ਅਰਥ ਵਿਵਸਥਾ ਉੱਪਰ ਇਸ ਦੇ ਬਹੁਪੱਖੀ ਪ੍ਰਭਾਵ ਪਏ ਹਨ, ਜਿਸ ਦੇ ਨਾਲ ਭਾਰਤੀ ਅਰਥ ਵਿਵਸਥਾ ਨੂੰ ਲੰਮੇ ਸਮੇਂ ਵਿੱਚ ਇਸ ਦਾ ਬਹੁਤ ਫਾਇਦਾ ਹੋਏਗਾ। ਧੰਨਵਾਦ, ਸ਼ੁਕਰੀਆ। ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦੱਸਿਆ ਗਿਆ, ਸਮਝਾਇਆ ਗਿਆ ਇਹ ਨੋਟਬੰਦੀ ਦੇ ਨਾਲ ਸੰਬੰਧਿਤ ਟੌਪਿਕ ਤੁਹਾਨੂੰ ਸਮਝ ਆ ਗਿਆ ਹੋਵੇਗਾ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ।